ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੀਰੀ ਫਕੀਰੀ ਨੂਰ ਵਿੱਚ। ਦੋਸਤੋ, ਅੱਜ ਅਸੀਂ ਗੱਲ ਕਰਾਂਗੇ ਜਦੋਂ ਇਨਸਾਨ ਭਗਤੀ ਜਪ ਤਪ ਕਰਦਾ ਹੈ, ਪਾਠ ਪੂਜਾ ਕਰਦਾ ਹੈ ਤਾਂ ਉਹਨਾਂ ਨੂੰ ਉਬਾਸੀਆਂ ਹੁੰਦੀਆਂ ਹਨ। ਜਪ ਤਪ ਪੂਜਾ ਪਾਠ ਕਰਨ ਵਾਲੇ ਕਈ ਇਨਸਾਨ ਇਸ ਨੂੰ ਮਾੜਾ ਸਮਝਦੇ ਹਨ, ਕਈ ਇਸ ਨੂੰ ਚੰਗਾ ਸਮਝਦੇ ਹਨ ਤੇ ਕਈ ਇਸ ਸਵਾਲ ਦੀ ਖੋਜ ਕਰਨ ਲੱਗੇ ਹੋਏ ਹਨ। ਕਈਆਂ ਦਾ ਸਵਾਲ ਸੀ ਕਿ ਉਬਾਸੀ ਕਿਉਂ ਹੁੰਦੀ ਹੈ। ਜਦੋਂ ਕੋਈ ਇਨਸਾਨ ਕਿਸੇ ਕਾਮਲ ਮੁਰਸ਼ਦ ਨੂੰ ਮਿਲਦਾ ਹੈ ਤਾਂ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਂਦੇ ਹਨ। ਜਾਂ ਫਿਰ ਜਦੋਂ ਕੋਈ ਭਗਤੀ ਬੰਦਗੀ ਵਾਲੇ ਮਾਰਗ ਤੇ ਚੱਲਦਾ ਹੈ ਤਾਂ ਉਸ ਦੇ ਅੰਦਰੋਂ ਉਸ ਦਾ ਮਾਲਕ ਰਹਿਬਰ ਉਹ ਪਰਮਾਤਮਾ ਉਸ ਦੇ ਅੰਦਰੋਂ ਗਿਆਨ ਪ੍ਰਗਟ ਕਰਦਾ ਹੈ, ਜਿਸ ਨੂੰ ਸੱਚਾ ਗਿਆਨ ਕਹਿੰਦੇ ਹਨ। ਦੋਸਤੋ, ਭਗਤੀ ਜਪ ਤਪ ਪੂਜਾ ਪਾਠ ਕਰਨ ਸਮੇਂ ਚਾਰ ਕਾਰਨਾਂ ਕਰਕੇ ਉਬਾਸੀਆਂ ਹੁੰਦੀਆਂ ਹਨ। ਸੋ ਉਹ ਚਾਰ ਕਾਰਨ ਕਿਹੜੇ ਹਨ? ਉਹਨਾਂ ਕਾਰਨਾਂ ਨੂੰ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਉਹ ਚਾਰ ਕਾਰਨ ਹਨ ਜਿਨ੍ਹਾਂ ਨਾਲ ਇਨਸਾਨ ਨੂੰ ਪੂਜਾ ਪਾਠ ਬੰਦਗੀ ਕਰਦੇ ਸਮੇਂ ਉਬਾਸੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਸੋ ਦੋਸਤੋ, ਪਹਿਲਾ ਕਾਰਨ ਹੈ ਨੈਗੇਟਿਵਿਟੀ, ਅਣਦਿੱਖ ਮਾੜੀਆਂ ਸ਼ਕਤੀਆਂ ਜੋ ਸਾਡੇ ਸਰੀਰ 'ਤੇ ਹੁੰਦੀਆਂ ਹਨ ਜਾਂ ਲੱਗੀਆਂ ਹੁੰਦੀਆਂ ਹਨ ਜਾਂ ਘਰ ਵਿੱਚ ਹੁੰਦੀਆਂ ਹਨ। ਜਦੋਂ ਅਸੀਂ ਪੂਜਾ ਪਾਠ ਬੰਦਗੀ ਕਰਦੇ ਹਾਂ ਤਾਂ ਉਹ ਨੈਗੇਟਿਵਿਟੀ, ਉਹ ਮਾੜੀਆਂ ਸ਼ਕਤੀਆਂ ਕੀ ਕਰਦੀਆਂ ਹਨ? ਜਦੋਂ ਅਸੀਂ ਭਗਤੀ ਬੰਦਗੀ ਕਰਦੇ ਹਾਂ ਤਾਂ ਉਹਨਾਂ ਨੂੰ ਜਲਨ ਹੁੰਦੀ ਹੈ, ਕਿਉਂਕਿ ਜੋ ਭਗਤੀ ਸ਼ਕਤੀ ਹੈ ਉਹ ਸਾਨੂੰ ਉਸ ਵਾਲੇ ਪਾਸੇ ਜਾਣ ਨਹੀਂ ਦਿੰਦੀਆਂ ਮਾੜੀਆਂ ਸ਼ਕਤੀਆਂ। ਸੋ ਉਹ ਸਾਨੂੰ ਪੂਰਾ ਯਤਨ ਕਰਦੀਆਂ ਹਨ, ਸਾਨੂੰ ਜਾਪ ਬੰਦਗੀ ਪੂਜਾ ਪਾਠ ਕਰਨ ਤੋਂ ਰੋਕਦੀਆਂ ਹਨ, ਸਾਨੂੰ ਆਸਣ ਤੋਂ ਉਠਾਉਣ ਦੀ ਕੋਸ਼ਿਸ਼ ਕਰਦੀਆਂ ਹਨ ਅਤੇ ਉਹ ਸਾਨੂੰ ਸਾਡੇ ਪਾਠ ਪੂਜਾ ਬੰਦਗੀ ਤੋਂ ਉਠਾਉਣ ਦੀ ਕੋਸ਼ਿਸ਼ ਕਰਦੀਆਂ ਹਨ, ਸਾਨੂੰ ਸੁਸਤੀ ਪਾਉਂਦੀਆਂ ਹਨ, ਸਾਡਾ ਸਰੀਰ ਭਾਰਾ ਕਰ ਦਿੰਦੀਆਂ ਹਨ। ਜਦੋਂ ਸਾਨੂੰ ਸੁਸਤੀ ਪਾਉਂਦੀਆਂ ਹਨ ਔਰ ਸਾਡੇ ਦਿਲ ਦਿਮਾਗ 'ਤੇ ਕਬਜ਼ਾ ਕਰ ਲੈਂਦੀਆਂ ਹਨ ਤਾਂ ਸਾਨੂੰ ਉਬਾਸੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਸਾਡੇ ਮਨ ਨੂੰ, ਸਾਡੇ ਸਰੀਰ ਨੂੰ ਥਕਾਵਟ ਭਰਿਆ ਕਰ ਦਿੰਦੀਆਂ ਹਨ ਤਾਂ ਉਸ ਨਾਲ ਵੀ ਉਬਾਸੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਔਰ ਅਸੀਂ ਭਗਤੀ ਜਪ ਤਪ ਤੋਂ ਉੱਠ ਜਾਂਦੇ ਹਾਂ। ਔਰ ਦੂਸਰਾ ਕਾਰਨ ਹੈ ਕਿ ਭਗਤੀ ਜਪ ਤਪ ਕਰਨ ਨਾਲ ਨੈਗੇਟਿਵਿਟੀ, ਮਾੜੀ ਚੀਜ਼ ਜੋ ਸਾਡੇ ਅੰਦਰ ਹੁੰਦੀ ਹੈ, ਜਦੋਂ ਅਸੀਂ ਭਗਤੀ ਜਪ ਤਪ ਬੰਦਗੀ ਪੂਜਾ ਪਾਠ ਕਰਦੇ ਹਾਂ, ਸਿਮਰਨ ਕਰਦੇ ਹਾਂ, ਜਾਪ ਕਰਦੇ ਹਾਂ, ਕਿਸੇ ਮੰਤਰ ਦਾ ਕਿਸੇ ਸ਼ਬਦ ਦਾ ਜਾਪ ਕਰਦੇ ਹਾਂ ਤਾਂ ਉਸ ਦੀ ਸ਼ਕਤੀ ਨਾਲ ਜੋ ਸਾਡੇ ਅੰਦਰ ਨੈਗੇਟਿਵਿਟੀ ਹੁੰਦੀ ਹੈ ਸੋ ਉਹ ਉਸ ਅਸਲੀ ਸ਼ਕਤੀ ਨੂੰ, ਉਸ ਮਾਲਕ ਦੀ ਸ਼ਕਤੀ ਨੂੰ ਸਹਿਣ ਨਹੀਂ ਕਰ ਸਕਦੀ। ਸੋ ਉਸ ਨੂੰ ਉਸ ਤੋਂ ਜਲਨ ਹੁੰਦੀ ਹੈ। ਸੋ ਜੋ ਸਾਡੇ ਅੰਦਰ ਮਾੜੀ ਸ਼ਕਤੀ ਹੁੰਦੀ ਹੈ, ਨਕਾਰਾਤਮਕ ਸ਼ਕਤੀ ਹੁੰਦੀ ਹੈ ਜਾਂ ਕੀਤਾ ਕਰਾਇਆ ਹੁੰਦਾ ਹੈ, ਕਿਸੇ ਵੀ ਤਰ੍ਹਾਂ ਦੀ ਮਾੜੀ ਰੂਹ ਹੁੰਦੀ ਹੈ ਤਾਂ ਉਹ ਸਾਡੇ ਸਰੀਰ 'ਚੋਂ ਨਿਕਲ ਜਾਂਦੀ ਹੈ ਔਰ ਉਹ ਰੂਹ, ਉਹ ਮਾੜੀ ਸ਼ਕਤੀ ਸਾਡੇ ਸਰੀਰ ਵਿੱਚੋਂ ਇੱਕ ਹਵਾ ਬਣ ਕੇ ਨਿਕਲਦੀ ਹੈ। ਜਦੋਂ ਹਵਾ ਬਣ ਕੇ ਨਿਕਲਦੀ ਹੈ, ਹਵਾ ਰਾਹੀਂ ਨਿਕਲਦੀ ਹੈ ਤਾਂ ਸਾਨੂੰ ਉਬਾਸੀ ਹੁੰਦੀ ਹੈ ਔਰ ਉਹ ਚੀਜ਼ਾਂ ਸਾਡੇ ਸਰੀਰ 'ਚੋਂ ਬਾਹਰ ਨਿਕਲਦੀਆਂ ਹਨ। ਔਰ ਇਹ ਪੋਜ਼ੀਟਿਵਿਟੀ ਨਾਲ ਵੀ ਹੁੰਦਾ ਹੈ। ਜੋ ਸਾਡਾ ਸੰਤ ਰਹਿਬਰ ਗੁਰੂ ਹੁੰਦਾ ਹੈ, ਜਿਸ ਦਾ ਅਸੀਂ ਜਾਪ ਕਰਦੇ ਹਾਂ, ਕਈ ਵਾਰੀ ਪੋਜ਼ੀਟਿਵਿਟੀ ਵੀ ਹੁੰਦੀ ਹੈ। ਜਦੋਂ ਭਗਤੀ ਜਪ ਤਪ ਕਰਦਾ ਹੈ ਤਾਂ ਸਾਰੀ ਭਗਤੀ ਜਾਪ ਦੀ ਸ਼ਕਤੀ ਸਾਡੇ ਸਰੀਰ 'ਤੇ ਅਸਰ ਕਰਦੀ ਹੈ ਅਤੇ ਸ਼ਕਤੀ ਦੀ ਮਿਹਰ ਨਾਲ ਸਾਡੇ ਅੰਦਰੋਂ ਮਾੜੀ ਸ਼ਕਤੀ, ਉਬਾਸੀ ਸਾਹ ਦੇ ਰੂਪ ਵਿੱਚ ਬਾਹਰ ਨਿਕਲ ਜਾਂਦੀ ਹੈ ਔਰ ਸਾਡੇ ਸਰੀਰ ਦੀ ਅੰਦਰੋਂ ਸਫਾਈ ਹੁੰਦੀ ਹੈ, ਸਾਡੇ ਸਰੀਰ ਦੀ ਸਫਾਈ ਹੋ ਜਾਂਦੀ ਹੈ। ਔਰ ਦੋਸਤੋ, ਤੀਸਰਾ ਕਾਰਨ ਹੈ ਜਦੋਂ ਅਸੀਂ ਇਸ ਭਗਤੀ ਮਾਰਗ 'ਤੇ ਚੱਲਦੇ ਹਾਂ ਤਾਂ ਜਦੋਂ ਨਵੇਂ ਚੱਲਦੇ ਹਾਂ ਤਾਂ ਸਾਡਾ ਜੋ ਜਾਪ ਕਰਨ ਦਾ ਸਮਾਂ ਬਹੁਤ ਘੱਟ ਹੁੰਦਾ ਹੈ। ਬੰਦਗੀ ਪੂਜਾ ਪਾਠ ਕਰਨ ਦਾ, ਧਿਆਨ ਲਾਉਣ ਦਾ, ਸੁਰਤੀ ਲਾਉਣ ਦਾ, ਜਾਪ ਕਰਨ ਦਾ ਜੋ ਟਾਈਮ ਹੁੰਦਾ ਹੈ ਬਹੁਤ ਘੱਟ ਹੁੰਦਾ ਹੈ। ਪਰ ਜਦੋਂ ਅਸੀਂ ਉਸ ਨੂੰ ਯਕਦਮ ਵਧਾ ਦਿੰਦੇ ਹਾਂ, ਉਸ ਨੂੰ ਹਾਈ ਲੈਵਲ 'ਤੇ ਲੈ ਜਾਂਦੇ ਹਾਂ, ਸੋ ਇਸ ਜਾਪ ਨੂੰ, ਭਗਤੀ ਸ਼ਕਤੀ ਬੰਦਗੀ ਨੂੰ ਹੌਲੀ ਹੌਲੀ ਵਧਾਉਣਾ ਚਾਹੀਦਾ ਹੈ। ਪਰ ਜਦੋਂ ਅਸੀਂ ਇਸ ਨੂੰ ਯਕਦਮ
ਉੱਚੇ ਲੈਵਲ 'ਤੇ ਲੈ ਕੇ ਜਾਂਦੇ ਹਾਂ। ਜੇਕਰ ਸਟਾਰਟਿੰਗ ਦੇ ਵਿੱਚ ਅਸੀਂ 5-10 ਮਿੰਟ ਜਾਪ ਕਰਦੇ ਹਾਂ ਤਾਂ ਉਸ ਨੂੰ ਹੌਲੀ ਹੌਲੀ ਵਧਾਉਣਾ ਪੈਂਦਾ ਹੈ। ਪਰ ਜਦੋਂ ਅਸੀਂ ਯਕਦਮ ਹੀ ਅੱਧਾ ਘੰਟਾ, ਘੰਟਾ, 2 ਘੰਟੇ ਸਿੱਧਾ ਜਾਪ ਕਰਦੇ ਹਾਂ ਤਾਂ ਕੀ ਹੁੰਦਾ ਹੈ ਕਿ ਉਹ ਜੋ ਸਾਡੇ ਅੰਦਰ ਸਾਡੀ ਗ੍ਰਹਿਣ ਸ਼ਕਤੀ ਹੁੰਦੀ ਹੈ, ਸੋ ਜ਼ਿਆਦਾ ਜਾਪ ਨੂੰ, ਜ਼ਿਆਦਾ ਭਗਤੀ ਨੂੰ ਉਹ ਉਸ ਨੂੰ ਗ੍ਰਹਿਣ ਨਹੀਂ ਕਰ ਸਕਦੀ। ਔਰ ਜਦੋਂ ਅਸੀਂ ਯਕਦਮ ਇਸ ਤਰ੍ਹਾਂ ਟਾਈਮ ਵਧਾਉਂਦੇ ਹਾਂ ਤਾਂ ਸਾਡਾ ਸਰੀਰ ਥੱਕ ਜਾਂਦਾ ਹੈ ਔਰ ਸਾਨੂੰ ਥਕਾਵਟ ਮਹਿਸੂਸ ਹੁੰਦੀ ਹੈ, ਮਾਨਸਿਕ ਥਕਾਵਟ ਜੋ ਕਿ ਸਾਨੂੰ ਮਹਿਸੂਸ ਹੁੰਦੀ ਹੈ। ਫਿਰ ਉਸ ਨਾਲ ਉਬਾਸੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ, ਕਿਉਂਕਿ ਭਗਤੀ ਜਾਪ ਹੈ, ਬੰਦਗੀ ਹੈ, ਉਸ ਨੂੰ ਹੌਲੀ ਹੌਲੀ ਵਧਾਉਣਾ ਪੈਂਦਾ ਹੈ। ਪਰ ਜਦੋਂ ਅਸੀਂ ਯਕਦਮ ਵਧਾ ਦਿੰਦੇ ਹਾਂ ਤਾਂ ਸਾਡਾ ਸਰੀਰ, ਕਿਉਂਕਿ ਉਸੇ ਤਰ੍ਹਾਂ ਉਸੇ ਲੈਵਲ ਦੇ ਵਿੱਚ ਪਰਿਵਰਤਿਤ ਨਹੀਂ ਹੁੰਦਾ, ਸੋ ਹੌਲੀ ਹੌਲੀ ਜ਼ਿਆਦਾ ਟਾਈਮ ਦੇ ਵਿੱਚ ਪਰਿਵਰਤਨ ਹੋਣ ਵਿੱਚ ਸਾਡੇ ਸਰੀਰ ਨੂੰ, ਸਾਡੀ ਢਾਲ ਨੂੰ ਟਾਈਮ ਲੱਗਦਾ ਹੈ। ਸੋ ਜ਼ਿਆਦਾ ਭਗਤੀ ਜਪ ਲਈ ਸਾਨੂੰ ਉਸ ਆਕਾਰ ਨੂੰ, ਸਰੀਰ ਨੂੰ ਉਸ ਆਕਾਰ ਵਿੱਚ ਲੈ ਕੇ ਜਾਣ ਲਈ, ਉਸ ਪਰਿਵਰਤਨ ਵਿੱਚ ਲੈ ਕੇ ਜਾਣ ਲਈ ਹੌਲੀ ਹੌਲੀ ਟਾਈਮ ਨੂੰ ਵਧਾਉਣਾ ਪੈਂਦਾ ਹੈ। ਪਰ ਜਦੋਂ ਅਸੀਂ ਯਕਦਮ ਭਗਤੀ, ਪਾਠ, ਪੂਜਾ, ਬੰਦਗੀ ਯਕਦਮ ਜ਼ਿਆਦਾ ਟਾਈਮ ਵਧਾ ਦਿੰਦੇ ਹਾਂ ਤਾਂ ਉਬਾਸੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਸਾਡਾ ਜੋ ਸਰੀਰ ਹੈ ਉਹ ਜ਼ਿਆਦਾ ਜਾਪ ਨੂੰ ਗ੍ਰਹਿਣ ਨਹੀਂ ਕਰਦਾ, ਕਿਉਂਕਿ ਸਾਡੇ ਅੰਦਰ ਸ਼ਕਤੀ ਹੀ ਉਨੀ ਕੁ ਹੁੰਦੀ ਹੈ। ਸੋ ਉਸ ਨੂੰ ਹੌਲੀ ਹੌਲੀ ਵਧਾਉਣਾ ਪੈਂਦਾ ਹੈ। ਜਦੋਂ ਅਸੀਂ ਯਕਦਮ ਵਧਾਉਂਦੇ ਹਾਂ ਤਾਂ ਮਾਨਸਿਕ ਥਕਾਵਟ ਹੋ ਜਾਂਦੀ ਹੈ, ਜਿਸ ਨਾਲ ਉਬਾਸੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਔਰ ਨੀਂਦ ਆਉਣ ਲੱਗ ਜਾਂਦੀ ਹੈ। ਸੋ ਦੋਸਤੋ, ਅਗਲਾ ਚੌਥਾ ਕਾਰਨ ਹੈ ਕਿ ਜਦੋਂ ਅਸੀਂ ਥੱਕੇ ਹੋਏ ਹੁੰਦੇ ਹਾਂ, ਦਿਨੇ ਕੰਮ ਕਰਦੇ ਹਾਂ ਔਰ ਜ਼ਿਆਦਾ ਕੰਮ ਕਰਨ ਨਾਲ ਜਾਂ ਮਜ਼ਦੂਰੀ ਕਰਨ ਨਾਲ ਸਾਡਾ ਸਰੀਰ ਥੱਕ ਜਾਂਦਾ ਹੈ। ਜਦੋਂ ਸਰੀਰ ਥੱਕ ਜਾਂਦਾ ਹੈ ਤਾਂ ਜਦੋਂ ਅਸੀਂ ਰਾਤ ਨੂੰ, ਸ਼ਾਮ ਨੂੰ ਬੰਦਗੀ, ਪੂਜਾ, ਪਾਠ ਕਰਨ ਲੱਗਦੇ ਹਾਂ, ਧਿਆਨ ਲਾਉਣ ਲੱਗਦੇ ਹਾਂ ਤਾਂ ਥਕਾਵਟ ਕਰਕੇ ਸਾਡਾ ਜੋ ਮਨ ਹੈ ਉਹ ਇੱਕ ਚਿੱਤ ਨਹੀਂ ਹੁੰਦਾ ਔਰ ਸਾਡਾ ਸਰੀਰ ਇੱਥੇ ਹੁੰਦਾ ਹੈ ਔਰ ਜੋ ਸਾਡੀ ਰੂਹ ਹੈ, ਆਤਮਾ ਹੈ, ਕੁਝ ਹੋਰ ਸੋਚ ਰਹੀ ਹੁੰਦੀ ਹੈ, ਮਨ ਸਾਡਾ ਕਿਤੇ ਹੋਰ ਹੁੰਦਾ ਹੈ। ਸੋ ਇਸ ਵਜ੍ਹਾ ਕਰਕੇ ਵੀ ਸਾਨੂੰ ਉਬਾਸੀਆਂ ਆਉਣ ਲੱਗ ਜਾਂਦੀਆਂ ਹਨ, ਕਿਉਂਕਿ ਸਰੀਰ ਥੱਕਿਆ ਹੁੰਦਾ ਹੈ। ਔਰ ਜੋ ਇਨਸਾਨ ਕੰਮ ਕਰਦਾ ਹੈ ਔਰ ਥੱਕੇ ਹੋਏ ਇਨਸਾਨ ਨੂੰ ਆਕਸੀਜਨ ਹੈ ਉਹ ਜ਼ਿਆਦਾ ਚਾਹੀਦੀ ਹੈ, ਕਿਉਂਕਿ ਉਸ ਦਾ ਸਰੀਰ ਪੂਰੇ ਦਾ ਪੂਰਾ ਕੰਮ ਕਰਦਾ ਹੈ ਔਰ ਉਸ ਨੂੰ ਆਕਸੀਜਨ ਜ਼ਿਆਦਾ ਚਾਹੀਦੀ ਹੈ। ਜਦੋਂ ਆਕਸੀਜਨ ਦੀ ਸਾਡੇ ਅੰਦਰ ਕਮੀ ਹੋ ਜਾਂਦੀ ਹੈ ਤਾਂ ਸਾਡੇ ਫੇਫੜੇ ਕੀ ਕਰਦੇ ਹਨ ਕਿ ਜੋ ਕਾਰਬਨ ਡਾਈਆਕਸਾਈਡ ਹੈ ਉਸ ਨੂੰ ਯਕਦਮ ਜ਼ੋਰ ਨਾਲ, ਝਟਕਿਆਂ ਨਾਲ ਬਾਹਰ ਛੱਡਦੇ ਹਨ, ਜਿਸ ਨੂੰ ਉਬਾਸੀ ਕਹਿੰਦੇ ਹਨ। ਤਾਂ ਕਾਰਬਨ ਡਾਈਆਕਸਾਈਡ ਸਾਡੇ ਅੰਦਰੋਂ ਕਿੱਠੀ ਮਾਤਰਾ ਵਿੱਚ ਨਿਕਲਦੀ ਹੈ, ਕਿਉਂਕਿ ਉਸ ਟਾਈਮ ਆਕਸੀਜਨ ਦੀ ਕਮੀ ਹੁੰਦੀ ਹੈ। ਸੋ ਇਸ ਤਰ੍ਹਾਂ ਇੱਕ ਇਹ ਕਾਰਨ ਹੈ, ਜਦੋਂ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਤਾਂ ਸਾਡੇ ਫੇਫੜੇ ਕਾਰਬਨ ਡਾਈਆਕਸਾਈਡ ਨੂੰ ਜ਼ਿਆਦਾ ਯਕਦਮ ਬਾਹਰ ਛੱਡਦੇ ਹਨ ਤਾਂ ਉਹ ਇੱਕ ਉਬਾਸੀ ਦਾ ਰੂਪ ਬਣ ਜਾਂਦਾ ਹੈ। ਸੋ ਇਸ ਕਾਰਨ ਕਰਕੇ ਵੀ ਉਬਾਸੀ ਆਉਂਦੀ ਹੈ। ਜ਼ਿਆਦਾ ਜਦੋਂ ਸਰੀਰ ਥੱਕਿਆ ਹੁੰਦਾ ਹੈ, ਥੱਕਿਆ ਹੋਇਆ ਸਰੀਰ ਜਦੋਂ ਪੂਜਾ, ਪਾਠ, ਬੰਦਗੀ ਕਰਦਾ ਹੈ ਤਾਂ ਉਸ ਨੂੰ ਉਬਾਸੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਔਰ ਕਈ ਵਾਰੀ ਦੋਸਤੋ, ਜਦੋਂ ਇਨਸਾਨ ਬਹੁਤ ਜ਼ਿਆਦਾ ਨੀਂਦਰਿਆ ਹੁੰਦਾ ਹੈ, ਕਈ ਦਿਨ ਜਾਗ ਕੇ ਕੱਢ ਦਿੰਦਾ ਹੈ, ਕੋਈ ਵਜ੍ਹਾ ਕਰਕੇ ਸੌਂਦਾ ਨਹੀਂ ਹੈ ਜਾਂ ਉਸ ਨੂੰ ਨੀਂਦ ਨਹੀਂ ਆਉਂਦੀ ਹੈ, ਤਾਂ ਜਦੋਂ ਜ਼ਿਆਦਾ ਟਾਈਮ ਜਾਗਦਾ ਹੈ, ਜਾਗ ਕੇ ਨੀਂਦ ਉਸ ਦੀ ਪੂਰੀ ਨਹੀਂ ਹੁੰਦੀ, ਜੇਕਰ ਫਿਰ ਵੀ ਉਹ ਜਪ, ਤਪ, ਬੰਦਗੀ, ਪੂਜਾ, ਪਾਠ 'ਤੇ ਬਹਿੰਦਾ ਹੈ ਤਾਂ ਫਿਰ ਵੀ ਉਸ ਨੂੰ ਉਬਾਸੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ, ਕਿਉਂਕਿ ਉਸ ਦਾ ਸਰੀਰ, ਉਸ ਨੂੰ ਜੋ ਥਕਾਵਟ ਮਹਿਸੂਸ ਹੁੰਦੀ ਹੈ, ਮਾਨਸਿਕ ਔਰ ਸਰੀਰਕ ਥਕਾਵਟ ਮਹਿਸੂਸ ਹੁੰਦੀ ਹੈ, ਜਿਸ ਕਰਕੇ ਉਸ ਨੂੰ ਉਬਾਸੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਸੋ ਦੋਸਤੋ, ਇਹ ਨੈਗੇਟਿਵਿਟੀ, ਪੋਜ਼ੀਟਿਵਿਟੀ, ਇਹਨਾਂ ਦੋਨਾਂ ਕਰਕੇ ਉਬਾਸੀਆਂ ਹੁੰਦੀਆਂ ਹਨ। ਔਰ ਜਦੋਂ ਭਗਤੀ ਦਾ ਜਾਪ ਲੈਵਲ ਉਹ ਹਾਈ ਹੋ ਜਾਂਦਾ ਹੈ ਤਾਂ ਕਈ ਵਾਰੀ ਕਿਸੇ ਨੂੰ ਉਬਾਸੀਆਂ ਆਉਂਦੀਆਂ ਹੀ ਨਹੀਂ ਹਨ। ਸੋ ਉਹ ਬਹੁਤ ਜ਼ਿਆਦਾ ਲੋਕ ਹਨ ਜਿਨ੍ਹਾਂ ਨੂੰ ਉਬਾਸੀਆਂ ਆਉਂਦੀਆਂ ਹਨ। ਸੋ ਬਹੁਤ ਘੱਟ ਲੋਕ ਐਸੇ ਹਨ ਭਗਤੀ, ਜਾਪ, ਤਪ ਵਿੱਚ, ਐਸੇ ਸੰਤ, ਐਸੇ ਫਕੀਰ ਹਨ ਜਿਨ੍ਹਾਂ ਨੂੰ ਉਬਾਸੀਆਂ ਬਹੁਤ ਘੱਟ ਹੁੰਦੀਆਂ ਹਨ। ਸੋ ਕਈਆਂ ਨੂੰ ਆਉਂਦੀਆਂ ਹੀ ਨਹੀਂ ਹਨ। ਸੋ ਦੋਸਤੋ, ਇਸ ਚੀਜ਼ ਨੂੰ ਲੈ ਕੇ ਬਹੁਤ ਲੋਕਾਂ ਵਿੱਚ ਆਪਸੀ ਮਤਭੇਦ ਸੀ, ਹਰ ਇੱਕ ਦੇ ਵੱਖਰੇ ਵੱਖਰੇ ਵਿਚਾਰ ਸੀ
ਪਰ ਜੋ ਸਾਡੇ ਮੁਰਸ਼ਿਦ ਸਾਡੇ ਰਹਿਬਰ ਨੇ ਜੋ ਦੱਸਿਆ ਅਸੀਂ ਉਹ ਤੁਹਾਡੇ ਨਾਲ ਪੇਸ਼ ਕੀਤਾ। ਕਿਉਂਕਿ ਜਦੋਂ ਆਪ ਵੀ ਇਸ ਭਗਤੀ ਮਾਰਗ 'ਤੇ ਚੱਲੋਗੇ ਤਾਂ ਤੁਹਾਡੇ ਅੰਦਰ, ਕਿਉਂਕਿ ਜਿਸ ਨਾਲ ਹੋਈ ਹੁੰਦੀ ਹੈ ਉਸ ਨੂੰ ਪਤਾ ਹੁੰਦਾ ਹੈ, ਜਦੋਂ ਭਗਤੀ ਮਾਰਗ 'ਤੇ ਚੱਲੋਗੇ ਤਾਂ ਤੁਹਾਨੂੰ ਆਪਣੇ ਆਪ ਹੀ ਇਹ ਗਿਆਨ ਮਿਲ ਜਾਵੇਗਾ। ਸੋ ਹੌਲੀ ਹੌਲੀ ਜਿਸ ਤਰ੍ਹਾਂ ਤੁਸੀਂ ਭਗਤੀ ਇਬਾਦਤ ਵਿੱਚ ਅੱਗੇ ਵੱਧਦੇ ਜਾਓਗੇ ਉਸੇ ਤਰ੍ਹਾਂ ਹੀ ਤੁਹਾਡੇ ਅੰਦਰੋਂ ਗਿਆਨ ਪੈਦਾ ਹੁੰਦਾ ਜਾਵੇਗਾ। ਕਿਉਂਕਿ ਜਦੋਂ ਗੁਰੂ ਰਹਿਬਰ ਸੰਤ ਦੇਵੀ ਦੇਵਤਾ ਕਿਸੇ 'ਤੇ ਰਹਿਮਤ ਕਰਦਾ ਹੈ ਤਾਂ ਉਹ ਫਿਰ ਉਸ ਦੇ ਅੰਦਰ ਆਪ ਹੀ ਵਾਸ ਕਰ ਲੈਂਦਾ ਹੈ। ਸੋ ਉਸ ਵਾਸਤੇ ਸਾਨੂੰ ਭਾਗ ਸਾਫ ਸਹੀ ਕਰਮ ਕਰਨੇ ਪੈਂਦੇ ਹਨ। ਸੋ ਇਹ ਭਗਤੀ ਮਾਰਗ ਦੀਆਂ ਗੱਲਾਂ ਹਨ। ਸੋ ਦੋਸਤੋ, ਉਮੀਦ ਕਰਦੇ ਹਾਂ ਕਿ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ। ਔਰ ਦੋਸਤੋ, ਮਿਲਾਂਗੇ ਅਸੀਂ ਅਗਲੀ ਵੀਡੀਓ ਦੇ ਵਿੱਚ। ਤਦ ਤੱਕ ਸਲਾਮ ਦੋਸਤੋ।